ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੇ ਪ੍ਰੇਮ ਸਹਿਤ ਆਪ ਸੰਗਤ ਨੇ ਗੁਰੂ ਕੇ ਵਜ਼ੀਰ ਸਾਹਿਬ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਜੋ ਕਥਾ ਵਿਚਾਰ ਚੱਲ ਰਹੀ ਹੈ, ਆਓ ਉਸ ਅਗੰਮੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਵੈਰਾਗਮਈ ਬਾਣੀ ਦੇ ਵਿੱਚ ਦੁਨੀਆ ਦੀ ਸੱਚਾਈ ਬਿਆਨ ਕਰਦੇ ਨੇ। ਮਹਾਰਾਜ ਕਹਿੰਦੇ ਜਦੋਂ ਜੀਵਨ ਦੇ ਵਿੱਚ ਸੁੱਖ ਹੁੰਦਾ ਹੈ, ਸੱਜਣਾ ਦੀ, ਮਿੱਤਰਾਂ ਦੀ, ਸਾਗ ਸੰਬੰਧੀਆਂ ਦੀ ਬਹੁਤਾਤ ਦੇਖਣ ਵਿੱਚ ਆਉਂਦੀ ਹੈ। ਸੰਗੀ ਸਾਥੀ ਸੁੱਖ ਵਿੱਚ ਵੱਧ ਜਾਂਦੇ ਨੇ। ਜਦੋਂ ਜੀਵਨ ਦੇ ਵਿੱਚ ਕੋਈ ਦੁੱਖਾਂ ਲੱਦੀ ਘੜੀ ਆਉਂਦੀ ਹੈ, ਸੋਗ ਵੱਧਦੇ ਨੇ, ਦੁੱਖ ਕਲੇਸ਼ ਵੱਧਦੇ ਨੇ। ਮਹਾਰਾਜ ਕਹਿੰਦੇ ਸਭ ਸਾਗ ਸੰਬੰਧੀ ਸੱਜਣ ਮਿੱਤਰ ਸਾਥ ਛੱਡ ਜਾਂਦੇ ਨੇ। ਜਦੋਂ ਜੀਵਨ ਵਿੱਚ ਆਰਾਮ ਹੈ, ਖੁਸ਼ੀ ਹੈ, ਆਨੰਦ ਹੈ, ਪੈਸਾ ਹੈ, ਯਾਰ ਮਿੱਤਰ ਸਾਗ ਸੰਬੰਧੀ ਇਰਦ ਗਿਰਦ ਮੰਡਰਾਉਂਦੇ ਨੇ, ਬੜੇ ਮੇਲੀ ਬਣ ਜਾਂਦੇ ਨੇ, ਮਿੱਤਰ ਬਣ ਜਾਂਦੇ ਨੇ। ਜਦੋਂ ਸੁੱਖ ਦੇ ਵਿਪਰੀਤ ਜੀਵਨ ਵਿੱਚ ਕੋਈ ਦੁੱਖਾਂ ਲੱਦੀ ਘੜੀ ਆਵੇਗੀ, ਕੋਈ ਖੇਚਲ ਆਵੇਗੀ, ਕੋਈ ਤਕਲੀਫ ਪੈਦਾ ਹੋਵੇਗੀ, ਮਹਾਰਾਜ ਕਹਿੰਦੇ ਸਾਰੇ ਹੀ ਜੁਦਾ ਹੋ ਜਾਂਦੇ ਨੇ, ਸਾਥ ਛੱਡ ਜਾਂਦੇ ਨੇ। ਜਿਵੇਂ ਬਾਣੀ ਵਿੱਚ ਆਉਂਦਾ ਹੈ ਨਾ, ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕਉ ਨਾ ਆਵਤ ਨੇਰਾ।
ਸੁੱਖ ਦੇ ਵਿੱਚ ਸਾਰੇ ਹੀ ਪਾਸ ਰਹਿੰਦੇ ਨੇ, ਬਿਪਤਾ ਦੀ ਘੜੀ ਦੇ ਵਿੱਚ ਮਹਾਰਾਜ ਕਹਿੰਦੇ ਸਾਥ ਛੱਡ ਦਿੰਦੇ ਨੇ। ਜਿੰਨਾ ਚਿਰ ਤੁਹਾਡੇ ਕੋਲ ਪੈਸਾ ਹੈ ਨਾ, ਜਿੰਨਾ ਚਿਰ ਮਿੱਠਾ ਹੈ, ਮੱਖੀਆਂ ਇਰਦ ਗਿਰਦ ਮੰਡਰਾਉਂਦੀਆਂ ਨੇ। ਜਦੋਂ ਮਿੱਠਾ ਮੁੱਕ ਜਾਵੇ, ਪੈਸਾ ਮੁੱਕ ਜਾਵੇ, ਸੁੱਖ ਮੁੱਕ ਜਾਣ, ਮਹਾਰਾਜ ਕਹਿੰਦੇ ਨਿਰਧਨ ਨੂੰ ਸਾਰੇ ਹੀ ਤਿਆਗ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਨਿਰਧਨ ਆਦਰ ਕੋਏ ਨਾ ਦੇ, ਲੱਖ ਯਤਨ ਕਰੈ ਉਹ ਚਿਤ ਨਾ ਧਰੇ। ਚਾਹੇ ਇੱਕੇ ਹੀ ਮਾਈ ਦੇ ਦੋ ਲਾਲ ਹੋਣ, ਦੇਵ ਨੇ ਤੈਸੀ ਹੋਈ ਕਰਮ ਐਸਾ, ਇੱਕ ਦੇ ਘਰ ਵਿੱਚ ਗਰੀਬੀ ਆ ਗਈ ਤੇ ਦੂਜੇ ਦੇ ਘਰ ਵਿੱਚ ਅਮੀਰੀ ਰਹਿ ਗਈ। ਮਹਾਰਾਜ ਕਹਿੰਦੇ ਨੇ ਮਾਇਆ ਨੇ ਇੰਨਾ ਪਾੜਾ ਵਧਾ ਦਿੱਤਾ ਵੀ ਜਿਹੜਾ ਅਮੀਰ ਸੀ ਉਹ ਗਰੀਬ ਨਾਲ ਮਿਲਣਾ ਵਰਤਣਾ ਛੱਡ ਗਿਆ। ਉਹਨੇ, ਚਾਹੇ ਉਹ ਸਕਾ ਭਾਈ ਹੈ, ਉਹਦਾ ਆਦਰ ਕਰਨਾ ਛੱਡ ਦਿੱਤਾ। ਗਰੀਬ ਨੂੰ ਕਹਿੰਦੇ ਆਦਰ ਨਹੀਂ ਮਿਲਦਾ, ਜਿਹਦੇ ਕੋਲ ਪੈਸਾ ਨਹੀਂ ਉਹਦਾ ਕੋਈ ਅਦਬ ਨਹੀਂ ਹੁੰਦਾ। ਨੋ ਵਨ ਰਿਸਪੈਕਟਸ ਦਾ ਪੂਅਰ ਮੈਨ, ਗਰੀਬ ਦਾ ਅਦਬ ਕੋਈ ਨਹੀਂ ਕਰੇਗਾ। ਹੁਣ ਗਰੀਬ ਬੰਦਾ ਲੱਖ ਯਤਨ ਕਰੈ ਉਹ ਚਿਤ ਨਾ ਧਰੇ। ਉਹ ਯਤਨ ਕਰਦਾ ਹੈ ਵੀ ਭਾਵੇਂ ਮੇਰਾ ਭਾਈ ਹੈ, ਅਮੀਰ ਹੈ, ਮੈਂ ਕਿਸੇ ਤਰ੍ਹਾਂ ਇਹਦੀ ਖੁਸ਼ਾਮਦੀਦ ਕਰਾਂ, ਇਹ ਮੇਰੀ ਵੀ ਪਰਵਾਹ ਕਰੇ। ਕਹਿੰਦੇ ਲੱਖ ਤੂੰ ਯਤਨ ਕਰ ਲੈ, ਜੇ ਤੇਰੇ ਕੋਲ ਪੈਸਾ ਨਹੀਂ ਹੈ, ਤੂੰ ਲੱਖ ਕਿਸੇ ਦਾ ਅਦਬ ਕਰ ਲੈ, ਤੈਨੂੰ ਸਤਿਕਾਰ ਨਹੀਂ ਮਿਲੇਗਾ। ਧਨੀ ਮਨੁੱਖ ਤੇਰੇ ਯਤਨਾਂ ਨੂੰ ਅਜਾਈ ਜਾਣੇਗਾ। ਮਹਾਰਾਜ ਕਹਿੰਦੇ ਜੋ ਨਿਰਧਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਉਹ ਗਰੀਬ ਭਾਈ ਅਮੀਰ ਨੂੰ ਮਿਲਣ ਚਲਿਆ ਗਿਆ। ਚਾਹੇ ਦਰਵਾਜ਼ਾ ਖੁੱਲ੍ਹਾ ਹੋਵੇ ਨਾ ਤੇ ਸਾਹਮਣੇ ਭਾਈ ਬੈਠਾ ਹੋਵੇ ਜੋ ਅਮੀਰ ਹੈ, ਜਦੋਂ ਗਰੀਬੜਾ ਦਰ 'ਤੇ ਆਵੇਗਾ ਤੇ ਉਹ ਪਿੱਠ ਕਰ ਲੈਂਦਾ ਹੈ ਵੀ ਇਹ ਕੁਝ ਮੰਗਣ ਹੀ ਆਇਆ ਹੋਣਾ ਹੈ, ਉਹ ਮੂੰਹ ਨਹੀਂ ਲਾਉਂਦਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਜੇ ਕਿਧਰੇ ਅਮੀਰ ਬੰਦਾ ਗਰੀਬ ਭਾਈ ਨੂੰ ਮਿਲਣ ਜਾਵੇ ਨਾ, ਕੋਈ ਕੰਮਕਾਰ ਹੋਵੇ, ਤੇ ਮਹਾਰਾਜ ਕਹਿੰਦੇ ਉਹ ਜਿਹੜਾ ਗਰੀਬ ਹੈ ਝਟਪਟ ਉੱਠ ਕੇ ਆਦਰ ਦੇਵੇਗਾ ਵੀ ਅਮੀਰ ਆਇਆ ਹੈ। ਪੈਸੇ ਦੀ ਐਸੀ ਬਰਕਤ ਹੈ, ਜਿਹਦੇ ਕੋਲ ਪੈਸਾ ਹੈ, ਇੱਕ ਕਹਾਵਤ ਹੈ ਨਾ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਜਿਹਦੇ ਪੱਲੇ ਢੇਲਾ ਹੈ ਉਹਦੇ ਭਾਅ ਦਾ ਹੀ ਇੱਥੇ ਮੇਲਾ ਹੈ, ਜਿਹਦੇ ਪੱਲੇ ਕੁਝ ਨਹੀਂ ਹੈ ਉਹਦਾ ਸੰਗੀ ਸਾਥੀ ਵੀ ਕੋਈ ਨਜ਼ਰੀ ਨਹੀਂ ਆਉਂਦਾ। ਸਾਰੀ ਖੇਡ ਮਾਇਆ ਦੀ ਹੈ, ਪੈਸੇ ਦੀ ਹੈ। ਪੈਸਾ ਹੈ ਤੇ ਤੇਰਾ ਸਮਾਜ ਵਿੱਚ ਅਦਬ ਹੈ, ਪੈਸਾ ਨਹੀਂ, ਜੀਵਨ ਵਿੱਚ ਦੁੱਖ ਹੀ ਦੁੱਖ ਨੇ। ਗੈਰਾਂ ਨੇ ਤੇ ਸੱਜਣਾ ਨੇ ਤੇ ਛੱਡਣਾ ਹੀ ਹੈ। ਬੱਚੇ ਵੀ ਤੇਰਾ ਸਾਥ ਛੱਡ ਜਾਂਦੇ ਨੇ, ਤੇਰੀ ਅੰਸ਼ ਵੀ ਤੇਰਾ ਸਾਥ ਛੱਡ ਜਾਂਦੀ ਹੈ। ਮਹਾਰਾਜ ਕਹਿੰਦੇ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਹਿੰਦੇ ਦੋਵੇਂ ਭਾਈ ਨੇ, ਚਾਹੇ ਗਰੀਬ ਹੈ ਅਮੀਰ ਹੈ, ਇਹ ਕਲਾ ਪ੍ਰਭੂ ਦੀ ਹੈ। ਇੱਕ ਨੂੰ ਅਮੀਰ ਬਣਾਤਾ, ਇੱਕ ਨੂੰ ਗਰੀਬ ਬਣਾਤਾ। ਸੋ ਦੀਨ ਦੁਨੀਆ ਦੇ ਮਾਲਕ ਇਹ ਸਮਝਾਉਂਦੇ ਨੇ, ਨਿਰਧਨ ਦਾ ਸਾਥ ਕੋਈ ਨਹੀਂ ਦਿੰਦਾ, ਦੁਖੀਏ ਦਾ ਸਾਥ ਕੋਈ ਨਹੀਂ ਦਿੰਦਾ। ਸਭ ਸੁੱਖਾਂ ਦੇ ਸਹਿਤ ਤੇਰੇ ਨਾਲ ਜੁੜੇ ਨੇ। ਜਿੰਨਾ ਚਿਰ ਮਤਲਬ ਦੀ ਪੂਰਤੀ ਕਰਦਾ ਰਵੇਂਗਾ, ਕਮਾ ਕੇ ਦਿੰਦਾ ਰਵੇਂਗਾ, ਪੁੱਤਰ ਧੀਆਂ ਤੇਰਾ ਅਦਬ ਕਰਨਗੇ। ਜਿਸ ਦਿਨ ਤੇਰੇ ਹੱਡਾਂ ਵਿੱਚ ਅਜ਼ਮਤ ਨਾ ਰਹੀ, ਕਮਾਉਣ ਦੀ ਬਰਕਤ ਨਾ ਰਹੀ, ਤੇ ਇਹ ਬਿਰਧ ਆਸ਼ਰਮ ਇਸੇ ਲਈ ਖੋਲ੍ਹੇ ਨੇ।
ਤੈਨੂੰ ਉੱਥੇ ਛੱਡ ਕੇ ਆਉਣਗੇ। ਸੋ ਮਤਲਬ ਦੀ ਦੁਨੀਆ ਹੈ, ਇੱਥੇ ਮਤਲਬ ਪ੍ਰਸਤੀ ਹੈ, ਪੈਸੇ ਦੀ ਦੁਨੀਆ ਹੈ। ਬਾਣੀ ਕਹਿੰਦੀ ਹੈ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸਨ ਬੰਦੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ। ਮਹਾਰਾਜ ਕਹਿੰਦੇ ਮਾਇਆ ਸਨ ਬੰਦੇ ਹੀ, ਇਹ ਮਾਇਆ ਕਰਕੇ ਹੀ ਪੁੱਤਰ ਦਾ, ਧੀ ਦਾ, ਸਭਨਾਂ ਦਾ ਤੇਰੇ ਨਾਲ ਸੰਬੰਧ ਹੈ। ਜੇ ਮਾਇਆ ਨਹੀਂ ਤੇ ਸੰਬੰਧ ਟੁੱਟ ਜਾਵੇਗਾ। ਇੱਥੇ ਕੋਈ ਲਹੂ ਦਾ ਰਿਸ਼ਤਾ ਨਹੀਂ, ਇੱਥੇ ਕੋਈ ਕਿਸੇ ਦੀ ਕਿਸੇ ਨਾਲ ਯਾਰੀ ਨਹੀਂ। ਸੋ ਮੈਂ ਫਿਰ ਦੁਹਰਾ ਦੇਵਾਂ, ਜਿੰਨਾ ਚਿਰ ਮਿੱਠਾ ਹੈ ਉਨਾ ਚਿਰ ਹੀ ਮੱਖੀਆਂ ਬਹਿੰਦੀਆਂ ਨੇ। ਮਿੱਠਾ ਮੁੱਕ ਗਿਆ ਤੇ ਮੱਖੀਆਂ ਨੇ ਮੰਡਰਾਉਣਾ ਛੱਡ ਦਿੱਤਾ। ਰਸ ਮੁੱਕ ਗਿਆ, ਭੌਰਿਆਂ ਨੇ ਫੁੱਲਾਂ ਤੇ ਮੰਡਰਾਉਣਾ ਛੱਡ ਦਿੱਤਾ। ਸੋ ਸਾਰੀ ਖੇਡ ਮਾਇਆ ਦੀ ਹੈ। ਵਾਧੂ ਦੇ ਦਾਅਵੇ ਨੇ, ਇਹ ਤੇਰੇ ਨਾਲ ਪ੍ਰੇਮ ਕਰਦਾ ਹੈ, ਉਹ ਤੇਰੇ ਨਾਲ ਪ੍ਰੇਮ ਕਰਦੀ ਹੈ। ਮਾਤਾ ਪਿਤਾ ਬੜਾ ਪ੍ਰੇਮ ਕਰਦੇ ਨੇ, ਬੱਚੇ ਬੜਾ ਪ੍ਰੇਮ ਕਰਦੇ ਨੇ। ਮਹਾਰਾਜ ਕਹਿੰਦੇ ਸਾਰਾ ਸੰਬੰਧ ਮਾਇਆ ਕਰਕੇ ਹੈ। ਪੈਸਾ ਨਾ ਰਿਹਾ ਤੇ ਇਹ ਪ੍ਰੇਮ ਵੀ ਨਹੀਂ ਰਹੇਗਾ। ਮਹਾਰਾਜ ਕਹਿੰਦੇ ਅੰਤ ਨੂੰ ਔਖੀ ਘੜੀ ਵੇਲੇ ਕੋਈ ਕੰਮ ਨਹੀਂ ਆਉਣ ਵਾਲਾ। ਕੋਈ ਕਿਸੇ ਦੀ ਜਗ੍ਹਾ ਤੇ ਮਰਦਾ ਨਹੀਂ ਹੈ, ਕੋਈ ਕਿਸੇ ਦੀ ਜਗ੍ਹਾ ਤੇ ਦੁੱਖ ਨਹੀਂ ਭੋਗਦਾ, ਕੋਈ ਕਿਸੇ ਦੇ ਦੁੱਖ ਵੰਡਾਉਣ ਜੋਗਾ ਨਹੀਂ ਹੈ। ਹਾਂ, ਦੁੱਖ ਫਰੋਲਦੇ ਜ਼ਰੂਰ ਨੇ, ਜ਼ਖਮ ਤੇ ਲੂਣ ਪਾਣੇ ਇਹ ਬੜੇ ਮਿਲ ਜਾਂਦੇ ਨੇ। ਸੋ ਮਹਾਰਾਜ ਪਾਤਸ਼ਾਹ ਆਖਣ ਲੱਗੇ ਇਹ ਸਾਰਾ ਅਸਨੇ ਮਿਥਿਆ ਹੈ, ਪੈਸੇ ਦਾ ਕਰਕੇ ਹੈ। ਸੁੱਖ ਦੇ ਸਮੇਂ ਸਾਰੇ ਸਾਥ ਰਹਿੰਦੇ ਨੇ, ਦੁੱਖ ਦੇ ਸਮੇਂ ਸਾਰੇ ਸਾਥ ਛੱਡ ਜਾਂਦੇ ਨੇ। ਕਹੋ ਨਾਨਕ ਹਰ ਭਜ ਮਨਾ ਅੰਤ ਸੁਹਾਈ ਹੋਏ। ਮਹਾਰਾਜ ਆਖਣ ਲੱਗੇ ਹਰੀ ਦਾ ਭਜਨ ਕਰ ਜੋ ਹਰਿਆਂ ਭਰਿਆਂ ਕਰਦਾ ਹੈ। ਹਰੀਵ ਧਾਤੂ ਤੋਂ ਹਰ ਬਣਿਆ, ਜੋ ਦੁੱਖ ਹਰ ਲੈਂਦਾ ਹੈ, ਰੋਗ ਹਰ ਲੈਂਦਾ ਹੈ, ਇੰਦਰੀਆਂ ਨੂੰ ਹਰੇ ਭਰੇ ਰੱਖਦਾ ਹੈ। ਦੁਨੀਆ ਨੂੰ ਹਰਿਆਂ ਭਰਿਆਂ ਕਰਨ ਵਾਲਾ ਜੋ ਪਰਮੇਸ਼ਵਰ ਹੈ। ਭਜ ਦਾ ਮਤਲਬ ਹੈ ਉਹਦਾ ਭਜਨ ਕਰ, ਉਹਦੀ ਸੇਵਾ ਕਰ, ਉਹਦਾ ਸਿਮਰਨ ਕਰ। ਅੰਤ ਦੇ ਸਮੇਂ ਉਹੀ ਤੇਰੀ ਸਹਾਇਤਾ ਕਰਨ ਵਾਲਾ ਹੈ। ਇੱਥੇ ਅੰਤ ਤੋਂ ਭਾਵ ਹੈ ਜਦੋਂ ਅੰਤ ਕਾਲ ਆ ਗਿਆ, ਜਦੋਂ ਮੌਤ ਦਾ ਸਮਾਂ ਆ ਗਿਆ, ਦੁੱਖਾਂ ਲੱਦੀ ਘੜੀ ਆ ਗਈ। ਮਹਾਰਾਜ ਆਖਣ ਲੱਗੇ ਉਹੀ ਤੇਰੀ ਸਹਾਇਤਾ ਕਰੇਗਾ। ਹੋਰ ਸਭ ਤੇ ਤੈਨੂੰ ਦੁੱਖ ਦੀ ਘੜੀ ਵਿੱਚ ਛੱਡ ਕੇ ਚਲੇ ਜਾਣਗੇ। ਇੱਕੋ ਹੀ ਸਹਾਇਕ ਹੈ, ਉਹ ਪਰਮੇਸ਼ਵਰ ਹੈ, ਉਹੀ ਮਦਦ ਕਰਨ ਵਾਲਾ ਹੈ। ਹੁਣ ਇੱਥੇ ਅੰਤ ਘੜੀ ਦਾ ਜ਼ਿਕਰ ਹੈ। ਅੰਤ ਦੀ ਘੜੀ ਕਹਿੰਦੇ ਬੜੀ ਦੁਖਦਾਇਕ ਹੁੰਦੀ ਹੈ। ਅੰਤ ਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਸਾਰੇ ਭੈ ਭੀਤ ਹੁੰਦੇ ਨੇ। ਜਮਾਂ ਦਾ ਡਰ ਐਸਾ ਹੈ, ਮੌਤ ਦਾ ਭੈ ਐਸਾ ਹੈ। ਕਹਿੰਦੇ ਜਿਹਦੇ ਜ਼ਿਹਨ ਵਿੱਚ ਅਕਾਲ ਪੁਰਖ ਟਿਕਿਆ ਹੈ ਉਸ ਦਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਉਸ ਨੂੰ ਰੋਗਾਂ ਸੋਗਾਂ ਤੋਂ 84 ਲੱਖ ਦੇ ਬੰਧਨਾਂ ਤੋਂ ਨਜ਼ਾਤ ਮਿਲਦੀ ਹੈ। ਜਿਵੇਂ ਬਾਣੀ ਦਾ ਫੁਰਮਾਨ ਹੈ, ਜਿਸੈ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੈ ਨੇਰਾ। ਜਿਨ੍ਹਾਂ ਦੀ ਸਹਾਇਤਾ ਪਰਮੇਸ਼ਵਰ ਕਰਦਾ ਹੈ ਉਹਨਾਂ ਦੇ ਨੇੜੇ ਜਮ ਨਹੀਂ ਆਉਂਦਾ। ਉਹ ਦੁੱਖਾਂ ਲੱਦੀ ਘੜੀ ਚੋਂ ਨਹੀਂ ਗੁਜ਼ਰਦੇ ਜੋ ਅੰਤ ਦੇ ਸਮੇਂ ਆਉਂਦੀ ਹੈ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਜਗ੍ਹਾ ਜ਼ਿਕਰ ਮਿਲਦਾ ਹੈ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਦੇਖੋ ਮੌਤ ਦਾ ਡਰ ਐਵੇਂ ਨਹੀਂ ਦੁਨੀਆ ਵਿੱਚ ਪ੍ਰਚਲਿਤ। ਉਹ ਘੜੀ ਕਹਿੰਦੇ ਬੜੀ ਦੁੱਖਾਂ ਲੱਦੀ ਹੁੰਦੀ ਹੈ। ਤੁਸੀਂ ਕਈ ਵਾਰ ਵੇਖੋਗੇ ਕੋਈ ਅੰਤਲੇ ਸਮੇਂ ਪਲੰਘ ਤੇ ਪਿਆ ਹੈ, ਇਰਦ ਗਿਰਦ ਉਹਦੇ ਰਿਸ਼ਤੇਦਾਰ ਨੇ, ਅੱਖਾਂ ਉਹਦੀਆਂ ਟੱਡੀਆਂ ਜਾਂਦੀਆਂ, ਸਰੀਰ 'ਚੋਂ ਗੰਦਗੀ ਨਿਕਲਦੀ ਹੈ, ਹੱਥ ਪੈਰ ਪਸਾਰਦਾ ਹੈ, ਕੋਈ ਨਾ ਕੋਈ ਉਹਦੀ
सहायता करे, कोई उसनूं रख लवे। मतलब साफ है भी कोई मुश्किल खड़ी हो गई है, ਐਵੇਂ नहीं आने निकले, ਐਵੇਂ नहीं शरीर चों ब्लड निकल रहा, लहू निकल रहा, ਐਵੇਂ नहीं गंदगी शरीर चों निकल रही। कहते हड्डां कूकड़काए, जिंद ने माणी कढ़ी है, हड्डां कूकड़काए, अंदर भन तोड़ कीती है जमा ने। इस जिंद नूं शरीर चों कढ़ण दे लई धक्को जोरी जम कर रहा है। जिंद शरीर नूं छड्डना नहीं चाहुंदी, पर धक्के दे नाल वो छडावेगा। सो जदों छडाउंदा है जिंद नूं शरीर तो, उदों फिर ये वढ घट हुंदी है, अंदर भन तोड़ हुंदी है, जो बड़ी दुखदायक है। कहंदे वो घड़ी, वो समा सुखाला केवल उन्हां ते है जिहड़े अकाल पुरख नूं याद रखदे ने। जिवें सिर दर्द हुंदा होवे, जे मैडिसन लै लईए ते दर्द मिट जांदा है। मैडिसन तुसीं ना लो, दवाई ना लो, तो सिर दर्द हुंदा रहिंदा है। ये दुखां लदी घड़ी दोवां ते आ गई। एक ने दवाई खाधी, दर्द दूर हो गया, दूसरा भोगी जा रहा है, दर्द उसनूं भी हो रहा है। अकाल पुरख दा नाम उस दवाई वर्गा है जिहड़ा दुखां लदी घड़ी चों सुखाला लंघा लै जांदा है सानूं। महाराज पातशाह कहंदे ने, अंत काल प्रभ भये सहाई, इत उत राखन हारे। लोक परलोक विच रखण वाला परमात्मा अंत दे समय सहायता करदा है, जदों संगी साथी साथ छड्ड दिंदे ने। जिवें बाणी चाहुंदा ना, सतगुर मेरा सदा सहाई, जिन दुख का काटिया केत। गुरु पातशाह अंत दे समय सहायता करदे ने। दुखां दा जिहड़ा केत है, घर है, उसनूं मिटा दिंदे ने, जमा दी मार तो बचा लैंदे ने। एक इतिहास विच महापुरुष दा जिक्र आउंदा है, भाई मुगलू। प्रिंसीपल सतबीर सिंह हुणा भी उहदा जिक्र अपनी पुस्तक दे विच कीता है। इति जिन करी, कदे पढ़ के देखियो। गुरु तेग बहादुर साहिब बाबत बेअंत बचन लिखे हुए ने। गुरु हरगोबिंद साहिब ने मुगलिया सल्तनत के खिलाफ दीन की खातर, सच की खातर, हक की खातर जंग लड़ी। महराज दे विच जंग हुंदा है, गुरु कियां दी जित हुंदी है, शहीदां नूं सांभिया जांदा है, संस्कार कीता जांदा है। जख्मियां दे जख्म गुरु पातशाह आप साफ करदे ने। पिंड गंडूआं दा, मालवे दे इलाके दा, उस समय पटियाला रियासत रहण वाला एक भाई मुगलू मैदाने जंग विच जिसने बड़े जोहर दिखाए, जख्मी हालत विच है, बेसुध है। बापू ने गोद विच लैके जख्म साफ कीते ने। नेत्र खोले भाई मुगलू ने। गुरु हरगोबिंद साहिब सच्चे पातशाह खेड़े विच आके कहंदे, भाई मुगलू दीन दी खातर, सच दी खातर, हक दी खातर मैदाने जंग विच जूझिया है। तेरे ते साडी प्रसन्नता है। तेरे हजे बड़े सवास रहिंदे ने, उम्र रहिंदी है। जो भी मंगे तैनूं अवश्य प्राप्त होवेगा। भाई मुगलू ने अखां खोलियां। सिखा इस गल का ख्याल रखी, सतगुर होए दयाल तां नव निध पाई है। जिहदे ते गुरु दयालु हो जावे, उन्होंने निधियां मिल जांदियां ने, खजाने मिल जाते ने। तेग बहादुर सिमरिया कर नौ निधे आवे धाए। जिहड़े सिमरदे ने गुरु नूं, उन्हां दी झोली निधियां नाल भर जांदी है। महाराज कहंदे, कोई भी दात मंगनी चाहे तो मंग सकदा है। ते भाई मुगलू कहंदा, सच्चे पातशाह तेरी गोद नसीब हुई है, मंगना मुक गया है। तेरे दिदारे ही तृप्ति बख्श दिंदे ने। प्यासे नूं सागर मिल जावे ते कतरे कतरे लई नहीं तरसदा। हो बाणी विच आउंदा है ना, सतगुर जिनी ध्याया से तृप्त आकाही,
ਜਿਹੜੇ ਗੁਰੂ ਨੂੰ ਧਿਆਉਂਦੇ ਨੇ ਉਹਨਾਂ ਦਾ ਮੰਗਣਾ ਵੀ ਮੁੱਕ ਜਾਂਦਾ ਹੈ, ਉਹ ਰੱਜ ਜਾਂਦੇ ਨੇ, ਉਹ ਬਾਦਸ਼ਾਹ ਬਣ ਜਾਂਦੇ ਨੇ, ਉਹ ਦਾਤੇ ਹੋ ਨਿਬੜਦੇ ਨੇ। ਕਹਿੰਦਾ ਜੀ ਮੰਗਣਾ ਮੁੱਕ ਗਿਆ ਹੈ, ਤੁਸੀਂ ਤੁਰਠੇ ਹੋ। ਇੱਕ ਇੱਛਾ ਹੈ ਪਾਤਸ਼ਾਹ, ਜਿਸ ਦਿਨ ਫਾਨੀ ਸੰਸਾਰ ਤੋਂ ਜਾਣ ਲੱਗਾ, ਅਖੀਰਲੇ ਸਵਾਸਾਂ ਤੇ ਹੋਵਾਂ ਤੇ ਜਿਵੇਂ ਅੱਜ ਮੈਨੂੰ ਮੈਦਾਨੇ ਜੰਗ ਵਿੱਚ ਤੇਰੀ ਗੋਦ ਨਸੀਬ ਹੋਈ ਹੈ, ਅੰਤਲੇ ਸਮੇਂ ਵੀ ਤੇਰੀ ਗੋਦ ਨਸੀਬ ਹੋ ਜਾਵੇ, ਤੇਰੇ ਵਿੱਚ ਅਭੇਦਤਾ ਮਿਲ ਜਾਵੇ, ਤੇਰੇ ਸਰੂਪ ਵਿੱਚ ਇੱਕਮਿਕ ਹੋ ਜਾਵਾਂ, ਜਨਮ ਅਤੇ ਮਰਨ ਤੋਂ ਨਿਜਾਤ ਮਿਲ ਜਾਵੇ। ਉਹ ਅੰਤਲਾ ਸਮਾਂ ਜਿਹੜਾ ਬੜਾ ਦੁਖਦਾਇਕ ਆਉਂਦਾ ਹੈ, ਤੇਰੀ ਗੋਦ ਨਸੀਬ ਹੋ ਗਈ ਤੇ ਸਵਾਸ ਸੁਖਾਲੇ ਨਿਕਲ ਜਾਣਗੇ, ਜੰਮਣ ਮਰਨ ਕੱਟਿਆ ਜਾਵੇਗਾ, ਨਿਜਾਤ ਮਿਲ ਜਾਵੇਗੀ, ਮੁਕਤੀ ਮਿਲ ਜਾਵੇਗੀ। ਦੇਖੋ ਇਹ ਬੜੇ ਬੜੇ ਸਤਿਪੁਰਸ਼ਾਂ ਨੇ ਇੱਛਾ ਜ਼ਾਹਰ ਕੀਤੀ ਹੈ ਅਕਾਲ ਪੁਰਖ ਅੱਗੇ, ਗੁਰੂ ਪਰਮੇਸ਼ਰ ਅੱਗੇ, ਵੀ ਹੋਰ ਕੁਝ ਨਹੀਂ ਚਾਹੀਦਾ, ਅੰਤਲੇ ਸਮੇਂ ਸਹਾਇਤਾ ਕਰ ਦੇਵੀਂ, ਇਹੀ ਇੱਕ ਮੰਗ ਹੈ। ਇਹਦਾ ਮਤਲਬ ਵੀ ਅੰਤਲਾ ਸਮਾਂ ਬੜਾ ਦੁਖਦਾਇਕ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਹੈ, ਅਜ਼ਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ। ਤੁਸੀਂ ਸਾਰੇ ਹੀ ਜਾਣਦੇ ਹੋ, ਜਦੋਂ ਤੇਲ ਕੱਢਣਾ ਹੋਵੇ ਤੇ ਤਿਲਾਂ ਨੂੰ ਕੋਲੂ ਵਿੱਚ ਪੀੜਿਆ ਜਾਂਦਾ ਹੈ, ਜਿਵੇਂ ਰਸ ਕੱਢਣਾ ਹੋਵੇ ਤੇ ਗੰਨੇ ਨੂੰ ਕੋਲੂ ਵਿੱਚ ਪੀੜਿਆ ਜਾਂਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜਦੋਂ ਸਰੀਰ ਦੇ ਵਿੱਚੋਂ ਉਹ ਜੋਤ ਨੂੰ ਕੱਢਦੇ ਨੇ ਨਾ ਜਮ, ਇਉਂ ਪੀੜਦੇ ਨੇ ਸਰੀਰ ਨੂੰ ਜਿਵੇਂ ਤਿਲਾਂ ਨੂੰ ਕੋਲੂ ਵਿੱਚ ਪੀੜਿਆ ਜਾਂਦਾ ਹੈ, ਤੇ ਉਹ ਸਮਾਂ ਬੜਾ ਦੁਖਦਾਇਕ ਹੈ। ਜਿਵੇਂ ਗੰਨਾ ਪੀੜ ਕੇ ਰਸ ਕੱਢਿਆ, ਇਉਂ ਸਰੀਰ ਨੂੰ ਪੀੜ ਕੇ ਸੂਖਸ਼ਮ ਜੀਵ ਕੱਢਿਆ ਜਾਂਦਾ ਹੈ। ਹੁਣ ਪੀੜਾ ਤੇ ਹੈ, ਦੁੱਖ ਤੇ ਹੈ। ਮਹਾਰਾਜ ਆਖਣ ਲੱਗੇ, ਇਹ ਜਿਹੜਾ ਦਰਦ ਹੈ, ਇਹ ਜਿਹੜਾ ਦੁੱਖ ਹੈ, ਅੰਤਲੇ ਸਮੇਂ ਦਾ ਜੋ ਅਸਹਿ ਹੈ। ਜਿਹੜੇ ਸਤਿਪੁਰਸ਼ ਨੇ ਫਿਰ ਫਰਿਆਦ ਕਰਦੇ ਨੇ ਅਕਾਲ ਪੁਰਖ ਅੱਗੇ ਵੀ ਉਸ ਸਮੇਂ ਤੂੰ ਸਾਡੀ ਸਹਾਇਤਾ ਕਰੀ। ਤੇ ਮਹਾਰਾਜ ਕਹਿੰਦੇ, ਜਿਹੜੇ ਉਹਦੀ ਸ਼ਰਨ ਆ ਜਾਂਦੇ ਨੇ, ਹਰ ਸੇਵਕ ਨਾਹੀ ਜਮ ਪੀੜ, ਉਸ ਸਮੇਂ ਉਹਨਾਂ ਨੂੰ ਪੀੜਾ ਨਹੀਂ ਉਠਾਉਣੀ ਪੈਂਦੀ। ਜਿਵੇਂ ਕੋਈ ਦਵਾਈ ਪੀੜਾ ਨੂੰ ਮਿਟਾ ਦਿੰਦੀ ਹੈ, ਅਕਾਲ ਪੁਰਖ ਦਾ ਨਾਮ ਅਜ਼ਰਾਈਲ ਵੱਲੋਂ ਦਿੱਤੀ ਜਾ ਰਹੀ ਪੀੜਾ ਨੂੰ ਮਿਟਾ ਦਿੰਦਾ ਹੈ। ਇੰਗਲਿਸ਼ ਦੇ ਵਿਦਵਾਨ ਇਹ ਬਚਨ ਕਹਿੰਦੇ ਨੇ, ਕਹਿੰਦੇ ਦਾ ਲਾਰਡ ਸਰਵੈਂਟ ਡਸ ਨਾਟ ਸਫਰ ਪੇਨ ਫਰੋਮ ਦਾ ਮੈਸੇਂਜਰ ਆਫ ਡੈਥ। ਜਦੋਂ ਖੁਦਾਇਆ ਦੀ ਕੋਈ ਭਗਤੀ ਕਰਦਾ ਹੈ, ਪਰਮਾਤਮਾ ਦਾ ਕੋਈ ਪਿਆਰਾ ਹੋ ਨਿਬੜਦਾ ਹੈ, ਉਹ ਜਮਾਂ ਵੱਲੋਂ ਦਿੱਤੀ ਜਾ ਰਹੀ ਪੀੜਾ ਤੋਂ ਨਿਜਾਤ ਹਾਸਲ ਕਰ ਲੈਂਦਾ ਹੈ। ਪ੍ਰਭ ਚਿਤ ਆਵੈ ਤਾਂ ਕੈਸੀ ਭੀੜ। ਪਰਮਾਤਮਾ ਜਿਨ੍ਹਾਂ ਦੇ ਚੇਤੇ ਹੈ, ਉਹਨਾਂ ਦੇ ਜੀਵਨ ਵਿੱਚ ਕੋਈ ਭੀੜ ਨਹੀਂ ਪੈਂਦੀ, ਉਹਨਾਂ ਨੂੰ ਕੋਈ ਦੁੱਖ ਛੋਹ ਨਹੀਂ ਸਕਦਾ। ਇੱਥੇ ਹੀ ਬਸ ਨਹੀਂ, ਇੱਕ ਤਾਂ ਮਨਮੁਖ ਨੂੰ ਅੰਤਲੇ ਸਮੇਂ ਪੀੜਾ ਉਠਾਉਣੀ ਪੈਂਦੀ ਹੈ, ਤੇ ਦੂਸਰਾ ਜਦੋਂ ਦਰਗਾਹ ਵਿੱਚ ਜਾਂਦਾ ਹੈ, ਸੂਖਸ਼ਮ ਸਰੀਰ ਦੀ ਦਰਗਾਹ ਵਿੱਚ ਪੇਸ਼ੀ ਹੁੰਦੀ ਹੈ, ਕੋਰਟ ਆਫ ਦਾ ਡੈਥ, ਜਦੋਂ ਉਹਦੀ ਕਚਹਿਰੀ ਵਿੱਚ ਹਾਜ਼ਰ ਹੋਣਾ ਪੈਂਦਾ ਹੈ, ਕਹਿੰਦੇ ਉੱਥੇ ਵੀ ਭੈੜੇ ਕਰਮਾਂ ਕਰਕੇ ਸਜ਼ਾ ਦਿੱਤੀ ਜਾਂਦੀ ਹੈ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ ਦਰ ਲਏ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ। ਕਹਿੰਦੇ ਜਦੋਂ ਦਰਗਾਹ ਵਿੱਚ ਲੇਖਾ ਜੋਖਾ ਹੁੰਦਾ ਹੈ ਨਾ, ਉੱਥੇ ਮਹਾਰਾਜ ਕਹਿੰਦੇ ਨੇ ਪੀੜ ਛੁਟੈ। ਜਿਵੇਂ ਤਿਲਾਂ ਦਾ ਛੁਟਕਾਰਾ ਪੀੜਾ ਸਹਿ ਕੇ ਹੁੰਦਾ ਹੈ, ਤੇਲ ਕਢਵਾ ਕੇ ਹੁੰਦਾ ਹੈ, ਇਉਂ ਹੀ ਜਿਹੜੇ ਮਨਮੁਖ ਨੇ ਉਹਨਾਂ ਨੂੰ ਤਿਲਾਂ ਵਾਂਗੂ ਪੀੜਿਆ ਜਾਂਦਾ ਹੈ, ਉਹਨਾਂ ਨੂੰ ਪਾਪਾਂ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਨਾ ਸਮਝਿਓ ਵੀ ਆਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਆਪਾਂ ਕਈ ਵਾਰ ਕਹਿੰਦੇ ਹਾਂ ਫਲਾਨਾ ਬੰਦਾ ਮਰ ਗਿਆ, ਉੱਥੇ ਚਲਿਆ ਗਿਆ ਜਿੱਥੋਂ ਕੋਈ ਆਉਂਦਾ ਨਹੀਂ।
एक अगोचर दुनिया है जो अखां दा विशा नहीं, जो नज़री नहीं आउंदी। महाराज पातशाह कहंदे ने उस अगोचर दुनिया दे कटहरे अंदर भी कर्मां दा हिसाब होवेगा और कीते हुए पाप कर्मां दी सज़ा मिलेगी। हुण ये लोक दी सज़ा, परलोक दी सज़ा, जमा हथों पीड़े जाना, अजराइल वल्लों सज़ा मिलनी, ਇਹਦੇ ਤੋਂ ਉਹੀ ਨਿਜਾਤ ਹਾਸਲ ਕਰ ਸਕਿਆ ਜਿਹਨੇ ਅਕਾਲ ਪੁਰਖ ਦੇ ਗੀਤ ਗਾਏ ਨੇ। ਜਿਹੜਾ ਅਕਾਲ ਪੁਰਖ ਦੇ ਨਾਮ ਦੀ ਦਵਾਈ ਛਕ ਲੈਂਦਾ ਹੈ ਉਸ ਦੇ ਜੀਵਨ ਚੋਂ ਦਰਦ ਪੀੜਾ ਮਿਟ ਜਾਂਦੀਆਂ ਨੇ। ਮਹਾਰਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਸੁਣੇ ਭਾਈ ਮੁਗਲੂ ਦੇ, ਜਵਾਬ ਨਹੀਂ ਦਿੱਤਾ। ਦੂਸਰੀ ਵਾਰ ਬੇਨਤੀ ਕਰਦਾ ਹੈ ਅੰਤ ਸਮੇਂ ਸਹਾਇਤਾ ਕਰਿਓ, ਜਵਾਬ ਨਹੀਂ ਦਿੱਤਾ। फिर बेनती करता है अंत समय सहायता करियो। ते पातशाह आखण लगे भाई मुगलू तेरे 5 भूतक शरीर त्यागण तो पहला असीं शरीर त्याग जाना है, ते फिर तेरे नाल किवें वादा करिए भी तैनूं अंतले समय संभाल लवांगे। वो सी पूरा सिख भावना विच आके कहंदा पातशाह तुसी जिस भी स्वरूप विच होवोगे बस मेरे ते किरपा कर दिओ। इस गल दा ख्याल रखी गुरु सदीवी है, कदे सरगुण चोले विच है, कदे निर्गुण स्वरूप है, कदे शब्द अवतार है, सदा रहन वाला है। तू सतगुर चौहों जुगी आप आपे परमेसर, हर जरे विच खुदा बनिया, खुद तो प्रगट जो परम ईश्वर है वही गुरु बन के दुनिया ते आया है। आप नारायण कलाधार जग में परवरियो। महाराज पातशाह खेड़े विच आए ते कहंदे भाई मुगलू तैनूं दिदारे जरूर बख्शांगे, अंतले समय तेरी सहायता करांगे। भाई मुगलू सेहतयाब हो गया, पिंड गंडूआं चलिया गया। समा लंघदा गया। गुरु हरगोबिंद साहिब 5 भूतक शरीर त्याग के अपनी जोत गुरु हर राय साहिब विच टिका दिंदे ने। गुरु हर राय साहिब लोकाई नूं तारदे होए 5 भूतक शरीर त्याग के अपनी जोत गुरु हरकृष्ण साहिब विच टिका दिंदे ने। गुरु हरकृष्ण साहिब मनुखता दे दुख हरदे बाला प्रीतम शरीर त्यागण लगे अपनी जोत बाबे बकाले गुरु तेग बहादुर साहिब विच टिका दिंदे ने। ते भाई मुगलू घर दे विच गुरु गुरु जपदा रहिंदा है। अज अखीरला समा आया और घर वालियां नूं आखण लगा, जंगल दा इलाका सी मालवा, लोग बूहे जल्दी लगा लैंदे सन, शेर आदकां दा भी डर हुंदा सी, जंगली जानवरां दा। कहंदा दरवाजा खुला रखियो मेरे माही ने आउणा है। अमृत वेला होया, इशनान पान करके नित दा नेम निभा के अखीरले स्वासां ते पलंगे ते लेटिया है और मन ही मन अरदास करदा है पातशाह दिदारे बख्शो, दर्शन दिओ, अपनी गोद विच अभेदता बख्शो, जन्म मरण कट दिओ। महाराज पिंड कणकवाल अमृत वेले चौंकड़े विच समाधि विच लीन सन। सिख दी अरदास पहुंची है ते बाणी दा फरमान है, सतगुर अपने सुनी अरदास कारज आया सगला रास। गुरु अरदास सुनदा है, जे करनी आ जावे ते हर कारज दी सफलता हो जाती है जदों गुरु साहब अरदास स्वीकार कर लेंदे ने। मन ही मन अरदास करदा पिया सी ते गुरु पातशाह समाधि चों उठे ने, घोड़े ते असवार होए ने, अड्डी लाई है घोड़े नूं, मंजिला मारदे होए पातशाह पिंड कणकवाल तो पिंड गंडूआ पहुँच गए ने। भाई मुगलू दे घर दे बाहर घोड़ा हिणकिया है, दरवाजा खुला सी, महाराज घोड़े समेत अंदर आए। भाई मुगलू मंजे ते लेटिया है,
ਪਾਤਸ਼ਾਹ ਘੋੜੇ ਤੋਂ ਉਤਰਦੇ ਨੇ, ਪਲੰਘ ਤੇ ਬੈਠਦੇ ਨੇ, ਗੋਦ ਵਿੱਚ ਭਾਈ ਮੁਗਲੂ ਦਾ ਸਿਰ ਲੈ ਲਿਆ, ਨੇਤਰ ਖੋਲੇ, ਕੀ ਵੇਖਦਾ ਹੈ? ਮੀਰੀ ਪੀਰੀ ਦਾ ਮਾਲਕ ਗੋਦ ਵਿੱਚ ਲੈ ਕੇ ਬੈਠਾ ਹੈ। ਖੇੜੇ ਵਿੱਚ ਆ ਗਿਆ, ਗਲੂਏ ਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਪ੍ਰਗਟ ਹੋਏ, ਦੇਖ ਭਾਈ ਮੁਗਲੂ, ਮੈਂ 6ਵੇਂ ਜਾਮੇ ਵਿੱਚ ਜਿਹੜਾ ਤੇਰੇ ਨਾਲ ਵਾਅਦਾ ਕੀਤਾ ਸੀ, ਅੱਜ ਆਪਣਾ ਬਚਨ ਪੁਗਾਉਣ ਆਇਆ ਹਾਂ। ਭਾਈ ਮੁਗਲੂ ਦੇ ਨੇਤਰ ਵੈਰਾਗ ਵਿੱਚ ਸਨ ਤੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਇਸ ਸਰੀਰ ਦੇ ਭਾਂਡੇ ਵਿੱਚੋਂ ਕੱਢ ਕੇ ਆਪਣੇ ਨਿਰਗੁਣ ਸਰੂਪ ਵਿੱਚ ਅਭੇਦ ਕਰ ਲਵੋ, ਅੰਤਲਾ ਸਮਾਂ ਹੈ, ਸੁਖਾਲੀ ਜਾਨ ਨਿਕਲ ਜਾਵੇ, ਲੇਖਾ ਜੋਖਾ ਮੇਰਾ ਖਤਮ ਕਰ ਦਿਓ, ਆਪਣੇ ਵਿੱਚ ਸਦੀਵੀ ਅਭੇਦਤਾ ਬਖਸ਼ ਦਿਓ, ਮੇਰਾ ਜਨਮ ਮਰਨ ਮਿਟ ਜਾਵੇ, ਇਸ ਕਾਇਆ ਦੀ ਮੜੋਲੀ ਚੋਂ ਸਵਾਸ ਕੱਢ ਕੇ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ ਦਿਓ, ਕਦੇ ਵੀ ਤੇਰੇ ਨਿਰਗੁਣ ਸਰੂਪ ਨਾਲੋਂ ਮੇਰਾ ਵਿਛੋੜਾ ਨਾ ਹੋਵੇ। ਬੇਨਤੀ ਕੀਤੀ, ਦੀਨ ਦੁਨੀਆ ਦੇ ਮਾਲਕ ਨੇ ਮਸਤਕ ਤੇ ਹੱਥ ਰੱਖ ਦਿੱਤਾ ਤੇ ਗਲੂਏ ਮੁਬਾਰਕ ਚੋਂ ਬੋਲ ਕੱਢੇ, ਭਾਈ ਮੁਗਲੂ ਤੇਰਾ ਲੋਕ ਪਰਲੋਕ ਸੌਰ ਗਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਹੀ, ਤਿਨ ਐਥੇ ਉਥੈ ਮੁਖ ਉਜਲੇ, ਹਰ ਦਰਗਹਿ ਪੈਂਦੇ। ਜਾਹੀ ਜਿਹੜੇ ਗੁਰੂ ਨੂੰ ਧਿਆਉਂਦੇ ਨੇ ਉਹਨਾਂ ਨੂੰ ਮੌਤ ਦਾ ਭੈ ਨਹੀਂ ਰਹਿੰਦਾ, ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਮੌਤ ਦਾ ਭੈ ਨਹੀਂ ਰਹਿੰਦਾ, ਚਾਹੇ ਉਹ ਭਾਈ ਮਤੀ ਦਾਸ ਨੇ, ਭਾਈ ਸਤੀ ਦਾਸ ਨੇ, ਭਾਈ ਦਿਆਲੇ ਹੋਣੀ ਨੇ, ਜਿਨ੍ਹਾਂ ਦਾ ਮੁੱਖ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੈ, ਉਹਨਾਂ ਦੇ ਜੀਵਨ ਵਿੱਚ ਪੀੜਾ ਨਹੀਂ ਰਹਿੰਦੀ, ਮੌਤ ਦਾ ਭੈ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਇੱਥੇ ਵੀ ਮੁਖ ਉਜਲੇ, ਪਰਲੋਕ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ, ਉਹਨਾਂ ਦੇ ਜੀਵਨ ਵਿੱਚ ਸਦਾ ਹੀ ਸੁਖ ਰਹਿੰਦੇ ਨੇ। ਤੇ ਜਿਹੜੇ ਗੁਰੂ ਤੋਂ ਵਿਪਰੀਤ ਚੱਲਦੇ ਨੇ, ਕਹਿੰਦੇ ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮਦੂਤਨ ਡਨ ਮਿਰਤ ਮਰਿਓ ਹੈ, ਅਨਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੂਖ ਗਰਤ ਗਰਿਓ ਹੈ, ਪ੍ਰੇਮ ਭਗਤ ਉਧਰੈ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਵਿਕਾਰੀ ਨੇ, ਮਨਮੁਖ ਨੇ, ਗੁਰੂ ਤੋਂ ਦੂਰ ਨੇ, ਅੰਤਲਾ ਸਮਾਂ ਵੀ ਔਖਾ ਆਉਂਦਾ ਹੈ, ਜੋਬਨ ਦੁੱਖਾਂ ਵਿੱਚ ਲੰਘ ਗਿਆ, ਬੁਢਾਪਾ ਆ ਗਿਆ, ਬੁਢਾਪਾ ਦੁੱਖਾਂ ਵਿੱਚ ਲੰਘ ਗਿਆ, ਮੌਤ ਆ ਗਈ, ਮੌਤ ਦੇ ਸਮੇਂ ਜਮਦੂਤਨ ਡਨ ਮਿਰਤ ਮਰਿਓ ਹੈ, ਜੁੱਤੀਆਂ ਜਮਾਂ ਤੋਂ ਖਾਂਦੇ ਹੋਏ ਮਰਦੇ ਨੇ। ਅਖੀਰ ਮਹਾਰਾਜ ਕਹਿੰਦੇ ਅਨਕ ਜੋਨ ਸੰਕਟ ਨਰਕ ਪੁੰਚਤ, ਨਰਕਾਂ ਵਿੱਚ ਜਾਂਦੇ ਨੇ, ਅਨੇਕਾਂ ਜੂਨਾਂ ਨੂੰ ਭੋਗਦੇ ਨੇ, ਸਾਸਨ ਦੁੱਖ ਗਰਤ ਗਰੇ ਹੋਏ, ਫਿਰ ਗਰਭ ਵਿੱਚ ਆ ਕੇ ਗਲਦੇ ਨੇ, 9-10 ਮਹੀਨੇ ਫਿਰ ਗਰਭ ਵਿੱਚ ਪੁੱਠੇ ਲਟਕੇ ਰਹਿੰਦੇ ਨੇ। ਇਹ ਉਹਨਾਂ ਦਾ ਜੰਮਣ ਮਰਨ ਚੱਲਦਾ ਰਹਿੰਦਾ ਹੈ, ਬਚਦਾ ਕੇਵਲ ਉਹ ਹੈ ਰੋਗਾਂ ਸੋਗਾਂ ਤੋਂ, ਜੂਨਾਂ ਤੋਂ, 84 ਦੇ ਗੇੜ ਤੋਂ। ਪ੍ਰੇਮ ਭਗਤ ਉਧਰੈ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਜਿਹੜੇ ਪ੍ਰੇਮਾ ਭਗਤੀ ਵਿੱਚ ਗੁਰੂ ਦੇ ਆਸਰੇ ਰਹਿੰਦੇ ਨੇ ਉਹਨਾਂ ਦੇ ਰੋਗ ਸੋਗ ਦੁੱਖ ਮਿਟ ਜਾਂਦੇ ਨੇ। ਸੋ ਪਾਤਸ਼ਾਹ ਕਹਿੰਦੇ ਨੇ ਸੰਗੀ ਸਾਥੀ ਸਭ ਸਾਥ ਛੱਡਣ ਵਾਲੇ ਨੇ, ਅਗਰ ਕੋਈ ਨਿਭਣ ਵਾਲਾ ਹੈ ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ ਕੇਵਲ ਅਕਾਲ ਪੁਰਖ ਦਾ ਨਾਮ, ਗੁਰੂ ਪਰਮੇਸ਼ਰ ਹੀ ਔਖੀ ਘੜੀ ਵਿੱਚ ਸਾਥ ਨਿਭਾਉਣ ਵਾਲੇ ਨੇ, ਹੋਰ ਕੋਈ ਪਾਤਸ਼ਾਹ ਕਹਿੰਦੇ ਨਾਲ ਨਿਭਦਾ ਨਹੀਂ ਹੈ। ਇੱਥੇ ਪਾਕ ਸ਼ਲੋਕ ਦੀ ਵਿਆਖਿਆ ਦੀ ਸਮਾਪਤੀ ਹੈ। ਆਓ ਅੱਗੇ ਗੁਰੂ ਪਾਤਸ਼ਾਹ ਦਾ ਜੋ ਸ਼ਬਦ ਹੈ ਉਸ ਅਗੰਮੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਨੌਵਾਂ। ਹਰਜੂ ਰਾਖ ਲੇਹੋ ਪਤ ਮੇਰੀ,
जम को त्रास भयो उर अंतर, शरण गही कृपा निध तेरी। रहाओ। महाराज पातशाह जैत श्री राग दे विच 703 अंग उपर ये फरमान करते ने। गुरु तेग बहादुर साहब सच्चे पातशाह कहते ने, ऐ हरजू, हर दा भाव है जो दुखां रोगां सोगां नूं हर लैंदा है। तुहानूं जोत बख्शी है, तुसी हरे भरे हो, जीवन विच हरियावल है। इंद्रे कर्म करते ने जिहदी जोत दे बल ते, वो पापां नूं हरन वाला, जीवन नूं हरिया भरिया करन वाले परमात्मा अगे महाराज कहंदे, ऐ मनुख अरदास करया कर। की कहना है? राख लेहो पत मेरी, मेरी इज्जत रखना कर, मेरा मान रख, मेरी आबरू रखना कर, मेरी संपदा रखना कर, मेरी संपत्ति बचाउणा कर, मैनू विकारां पासों बचाउणा कर। महाराज कहंदे, अन दिन जबत रहो तेरी शरणाए, नानक नाम रते पत पाए। जेड़ा परमात्मा दी शरण रहिंदा है ना, जीवन दे हर गेड़ विच, हर अवस्था विच, हर घड़ी विच ओदी ओ पत रखदा है, ओदी ओ रखिया करदा है। हुण सब तो वध के जेड़ा जीवन काल विच डर है, वो जमा का डर है। जिहड़े कह दिंदे असीं किसे तो नहीं डरदे, आपां चंगी तरह जाणदे हैं, अंदर खाते मौत तो सब डरदे ने। महाराज अगे अरदास करनी है, साडी पत रखो, विघनां तो बचा के रखो, विकारां तो बचा के रखो, साडा मान साडी इज्जत बहाल रखो। क्योंकि जीवन काल विच तिलकणबाजी बड़ी है। काम क्रोध लोभ विच असीं तिलक के बेपत हुंदे हैं, विकारां विच बेपत्ती हुंदी है। तू इज्जत रखण वाला है। शुभ गुण बख्श, सत संतोख दया धर्म दे सहत कर साडा जीवन। सो अरदास बेनती करते रहना। और जदों अखीरला समा आवे, साडी पत रखी, जमा पासों साडी रखिया करी। ये अरदास करनी है। जम को त्रास भयो उर अंतर, शरण गही कृपा निध तेरी। जम का भाव जन्म का संकेप भी है, जम्मण मरना। महाराज कहंदे, जन्म ते मरण का भय बड़ा है, कोई सौखा कर्म थोड़ी है गर्भ विच पुठे लड़के रहना। महाराज जन्म का भी डर है, मौत आने वाली है, जीवन गुजर रहा है, फिर जूना विच आ जाइए, फिर पुठे लड़कीए, फिर कई जन्म पे कीट पतंगा, कई जन्म गजमीन कुरंगा। ये 84 की खूह की टिंड वगदी रवे। ये तो महाराज सानू बचाओ। जम का मतलब धर्म राजा भी है। जम दर बद्धा चोटां खाए, जमा दे दर ते चोटां पैंदियां ने माड़े कर्मा करके। धर्म राजे तो भी बचाउणा करो। ये साडे मन अंदर त्रास है, ये साडे मन अंदर डर है, भय है, खौफ है। बाणी चाहुंदा है, जमदूत महाभयान। कहते जिहड़ा मौत का देवता है ना, द मैसेंजर ऑफ डेथ इज ड्रैडफुल, बड़ा डरावना है। ये पता मौत तो क्यों धार्मिक दुनिया डराउंदी है? उसदा एक कारण है भी जिहड़ा मौत के भय सहित रहिंदा है, वो गलत कदम नहीं पुट्टदा, वो किसी नूं दुख नहीं देवेगा, वो किसी नाल वैर नहीं कमावेगा, वो खुदा नूं याद रखेगा। तो जिहदे चेते विच खुदाया है, वो हर जरे विच खुदा दी जोत वेख के कदे भी किसी नाल धक्को जोरी नहीं करेगा, किसी दा हक नहीं मारदा, हरेक नूं खुदा दा स्वरूप समझ के अदब करदा है, सत्कार करदा है। जिहड़े मौत नूं भुल्ले बैठे ने, वो रब नूं भुल जांदे ने। जिहड़े रब नूं भुल जांदे ने, उन्हां दा कदम कोई भी गुरमत दे हक विच नहीं हुंदा, वो पुठे ही कर्म करदे ने। सो इत्थे धर्म की दुनिया सुचेत करती है। कहते जम भयान है, ही इज़ हॉरिबल, बड़ा डरावना है, बड़ा दुखदायक है। एक दुख सख्त वार जमदूत। गुरु ग्रंथ साहब कहते ने जमदूत का जिहड़ा डर है बड़ा डाढा है, बड़े सख्त ने जम, वो बड़े ताकतवर ने, किसी नूं छड्डदे नहीं।
बड़ा दुख दिंदे ने। यही त्रास है मन नूं। इस डर करके पातशाह महाराज आखण लगे, सरन गही किरपा निध, तेरी है किरपा निध। निध सागर नूं समुंदर नूं कहंदे ने। हे किरपा दे खजाने, तेरी शरण असीं ग्रहण करदे हां, क्योंकि मौत नूं बनाउण वाला तूं है। दुख सुख तेरे हुक्म विच ने। तेरी किरपा होवे दुखां लद्दी घड़ी भी सुखां विच बतीत हो जाती है। सूली वर्गा दुख भी मामूली कंडा हो निबड़दा है। सो महाराज पातशाह किरपा दे खजाने, जमा दे त्रास कारण, दुखां रोगां सोगां दे डर कारण, अपने भविख दे डर कारण, जीवन दे विघ्नां कारण असीं तेरी शरण ग्रहण कीती है। साडी लाज रखी, सानू रोगां सोगां तो जमा दी फाही तो बचा लई। रहाओ महापतत मुग्ध लोभी फुन करत पाप अबहारा। जदों भी बेनती करनी है निमाणे होके तरला लेना है। महाराज मेरे जीवन विच पाप बड़े ने। मौत दा भै, जमा दा भै इस लई है मैं चंगा कर्म कोई नहीं कीता, मैं पतत हाँ। पतत दा मतलब है धर्म कर्म तो डिग्गिया होया, जिन्हें कोई चंगा कर्म नहीं कीता। समाज विचों खारज बंदा, जिन्हें चाहिदा कर्म जीवन काल विच कदे कीता ही नहीं है, रब दे गीत गाए ही नहीं, जो डिग चुकिया है जीवन विच, शुभ आचरण तो जो ढट्ठा होया है। महाराज कहंदे हो तरला लो जी, असीं महापतत हाँ, फिर मुग्ध भी हैं, मूर्ख भी हैं, सानू धर्म की मर्यादा का ज्ञान नहीं है। लोभी भी बड़े हैं। लोभ की हुंदा? दूसरे का पदार्थ लैण की इच्छा, दूसरे का हक मारन की इच्छा। आपदा हक तो खा ही रहे हैं, दूजे का भी खोने हैं। इउं साडे विच लोभ बड़ा है, लालच बड़ा है, हिरस बड़ा है, लभ बड़ा है। अगे आखण लगे, ऐ दीन दुनिया दे मालक, साडा जिहड़ा जीवन है पापां दे विच गुजर रहा है, गुनाह करदिआं गुजर रहा है। साडे विच दोष बड़े ने, काम क्रोध लोभ मोह हंकार। इन्हां औगणां दे विच दीन दुनिया दे मालक अब हारा, असीं हार मन चुके हैं, टुट गए हैं। रोग सोग जीवन चों नहीं मिट रहे। चुस्त चलाकी दे नाल विकारां रोगां तो खैड़ा नहीं छुट रहा। जदों ऐसा तरला साडे अंदर उत्पन्न होवेगा, फिर वो साडे ते दया करेगा। जिन्ना चिर अहंकार है, मैं करदा, उन्ना चिर परमात्मा बाह नहीं फड़दा। जिन्ना चिर तैनूं कोई आसरा है, उन्ना चिर खुदा दा आसरा नहीं मिलेगा। जदों ये भावना बन गई भी कोई इत्थे आसरा देण वाला नहीं है, केवल अकाल पुरख ही आसरा है, फिर वो शरण गया नूं रखदा है। दीन दुनिया दे मालक आखण लगे, भै मरबे को बिसरत नाहिन, तेह चिंता तन जारा। परमात्मा बड़े जतन कीते, बड़ियां चलाकियां कीतियां। महाराज मौत दा भै जिहड़ा है बिसरत नाहिन, वो दूर नहीं हो रहा। बड़े उपाय कर रहे हैं, मौत का डर खत्म हो जाए, रोग सोग मिट जाण, विकार मिट जाण। पातशाह ये दूर नहीं हो रहा जिहड़ा डर है मौत का। ये चिंता साडे तन नूं खोर रही है। चिंता चिखा समान आपां कह दिंदे हैं ना, डिप्रैशन है, रोग सोग ने जीवन विच, विघन बड़े ने जीवन विच, फिर मौत का भै भी सिर ते खलोता है। ये चिंता आउण वाले भविख की चिंता, बेअंत प्रकार के जीवन विच दुख ने, बेअंत चिंतावां ने, बंदा डिप्रैस्ड रहिंदा है। महाराज इहदे नाल तन खुरदा जा रहा है, इहदे नाल जीवन नष्ट हुंदा जा रहा है, तन जलदा जा रहा है। अगे फिर बेनती करनी है, महाराज सानू विकारां दा, रोगां दा, सोगां दा, मौत दा भै बड़ा है, डर बड़ा है, खौफ बड़ा है। सो इउं बेनतियां करदिआं करदिआं
दीन दुनिया दे मालक अगे हुक्म करते ने कीए उपाव मुक्त के कारण दह दिस कौ उठ धाया। ये नहीं भी असीं जतन नहीं किया। कौन नहीं चाहता ਉਹਦੇ रोग मिट जाण, सोग मिट जाण, ਉਹਦੇ जीवन विच चिंता ना रवे, डिप्रैशन ना रवे। कौन नहीं चाहता वो निरभव हो जावे। कौन नहीं चाहता उसकी मौत की फाही कट्टी जावे, जमा की फाही कट्टी जावे, जम्मण मरण तो निजात उसनूं मिल जावे। कहंदे उपाਅ बड़े कीते, जतन बड़े कीते। कादे जी? मुक्त के कारण, रोगां तो मुक्ति दे, सोगां तो मुक्ति दे, चिंतावां तो मुक्ति दे, जमा की फाही तो मुक्ति दे, विघना तो मुक्ति दे, 84 लाख जूना तो मुक्ति ते। दह दिस कौ उठ धाया, 10 दिशावां वल फिर दौड़िया जतन करदा करदा। 10 दिशावां किहड़ियां ने? नॉर्थ ईस्ट वैसट साउथ 4 दिशावां, 4 दे 4 कोने, एक धरती ते एक आसमान, 10 दिशावां। कहंदे हर बन्ने बंदा दौड़दा है, उहदे दुख कट्टे जाण, उसनूं सुख प्राप्त होवे, रोग सोग उहदे मिट जाण। महाराज इसे तरह ही बंदा दौड़दा है मुक्ति पाउण दे लई, छुटकारा पाउण दे लई, निजात पाउण दे लई। पर होया कि अगे पातशाह आखण लगे घट ही भीतर बसै निरंजन ताको मर्म ना पाया। मुक्ति दाता अंदर सी। घट दा भाव है शरीर, घट दा भाव है अंतशकरण, घट दा भाव है मन। अंदर परमात्मा सुभाएमान सी। रोग की दवाई अंदर ही सी, असीं बाहर जड़ियां बूटियां लभदे रह गए। सो महाराज पातशाह तुहाडा जिहड़ा मरम है, ऐ निरंजन परमात्मा, अंजन सुरमे नूं कहंदे ने, अंधकार नूं कहंदे ने, माया नूं कहंदे ने, कालख नूं कहंदे ने। जो निरअंजन है, जो कालख तो, माया तो, विकारां तो रहत निर्मायल परमात्मा है। मरम का मतलब है जीवन की जगह। महाराज तू जीवन का आधार है, तेरे तो बिना जीवन नहीं है, तेरे बख्शे श्वासां नाल जिउंदे हाँ। तू जीवन का आधार अंदर वसदा है। तेरे बाबत असीं जान ही ना सके, इधर उधर बाहर ही दौड़ते रहे, तैनूं अंदरों प्रगट करने की कोशिश ही ना की, तैनूं पुकारिया ही ना, तेरे गीत ही ना गाए। अगे महाराज आखण लगे नाहिन गुण नाहिन कश जप तप कौन कर्म अब कीजै। कहंदे महापुरुषां तो संतां तो सुनिया है भी जिहदे अंदर शुभ गुण हुंदे ने ना, जो सच बोलदा है, जो संतोखी है, जो खिमा कर दिंदा है सब नूं, दयावान है, वो इंसान नूं परमात्मा की प्राप्ति हुंदी है, उहदे रोग सोग मिटदे ने। हुण असीं की करिए? नाहिन गुण, साडे विच कोई चंगा गुण भी नहीं है, कोई विशेषण, कोई सिफतो सलाह साडी करे, ऐसा कोई गुण नहीं है। असीं शील नहीं, असीं संतोखी नहीं, असीं सच नहीं बोलते, असीं चंगा कर्म कदे कीता ही नहीं है। अगे आखण लगे नाहिन कश जप तप। जप का मतलब है अकाल पुरख दे नाम का जाप करना। तप का मतलब है तपस्या करनी, शरीर नूं तपाउणा। आम धर्मां विच तप है। सिख जगत विच तप का भाव है चौंकड़ा ला के सहज विच अकाल पुरख दे गीत गाउणे, शरीर नूं दुख नहीं देना, आनंद विच बह के नितनेम करना है। महाराज ना कोई जप कीता असीं, ना कोई तप कीता, ते ना कोई कर्म ही धर्म दे विपरीत कीता है। सारे धर्म दे उल्ट कर्म कीते ने। ना साडे विच कोई कर्म है, उदारता है, मेहरबानी वाला ही साडा सुभाव है, किसे ते दया ही असीं करदे हैं। सो दीन दुनिया दे मालक आखण लगे साडे अंदर ना कोई गुण, ना जप, ना कोई तप। हुण तू ही सानू रस्ता दस, तू ही साडे ते किरपा कर। महाराज पातशाह आखण लगे कौन कर्म अब कीजै। केड़ा कर्म करिए?
कैसा कदम पुटिए, किस नाम नूं जपीए, कैसा तप करिए, कैसे गुणां नूं जीवन दे विच धारीए, जिस कारण तूं प्राप्त होवें साडा जीवन सफला होवे। ते अगों जवाब मिलदा है दीन दुनिया दे मालक कहंदे नानक हार परियो सरनागत, अबै दान प्रभ दीजै। कहंदे समा गया लंघ, जदों सारा जीवन नाम जपिया ही नहीं, अकाल पुरख दे गीत गाए नहीं, कर्म धर्म कीता ही नहीं, सत संतोख दया धर्म नूं धारिया ही नहीं, जदों किधरे जीवन विच सच बोलिया ही नहीं, गुरमत ते असीं चले ही नहीं, समा गया लंघ। हुण कहंदे इक्को ही तरीका है, अकाल पुरख दे दर ते डिग पा, गुरु दे दर ते झुक जा, निज बल छड्ड दे भी मैं कुछ हाँ, परमात्म बल ते आ जा, तरला लै अरदास कर नानक हार परियो सरनागत। ऐ अकाल पुरख मैं हार चुका हाँ, मेरे जतन सफले नहीं होए, मेरे जीवन चों विघन नहीं मिटे, रोग नहीं मिटे, सोग नहीं मिटे, मौत दा भै नहीं मिटिया, अखीर तेरी शरण आया हाँ। शरण दा भाव की है? निज बल छड्ड के अकाल पुरख दे बल ते डिग पैना, चरना दे विच आके झुक जाना, आगत आ जाना, शरण दे विच बह जाना, और भावना ये रखनी मैं शिकस्त खा चुका हाँ, मैं हार चुका हाँ, मैं थक चुका हाँ, मेरे हुण पल्ले कुछ भी नहीं है, हार परे अब पूरा दीजै। मैं हार के तेरे चरना विच आया हाँ, मैनू पूरा कर। अब दान प्रभ दीजै, मेरे मन अंदर जेड़ा भै है ना, रोगां सोगां विकारां दा, मौत दा, वो दूर कर दे, मैनू अभै दान बख्श। अभै दा मतलब है जिन्हों किसे दा भै नहीं हुंदा, जो किसे तो डरदा नहीं है, बेखौफ। मेरे अंदर जो मौत दा भै है वो दूर कर दे, विकारां दा, रोगां सोगां दा, जमा दी फाही दा, जन्म मरण दा भै दूर कर दे, हर प्रकार दे डर दी तू ही निवृत्ति करन वाला है, मैनू ये दान बख्श, निरभैता दा दान बख्श। दान दा मतलब अन्न दा दाना भी हुंदा है, दाना है फारसी दा लफ्ज़ है, मेरी झोली भी भर दे पदार्थां दे नाल। दूसरा अभै दान, मौत दा भै जिहड़ा है वो भी दूर कर दे साडा, साडे ते किरपा कर। दान दा मतलब है खैरात देनी, मेरी झोली विच ये खैरात पा, मैनू निरभै पदवी बख्श, मेरे जीवन विच दुश्मनां दा डर ना रवे, रोगां सोगां दा, मौत दा डर ना रवे। ये किरपा पातशाह तुसी करन वाले हो, ऐ प्रभु ये साडे ते किरपा कर दिओ। इउं अकाल पुरख अगे तरला लेना है, जेड़ा परमात्मा अगे तरला लैंदा है ओदी पत परमात्मा जरूर रखदा है, ओदी रोगां सोगां विकारां तो, मौत दे भै तो, जमा दी फाही तो अकाल पुरख जरूर रखिया करदे ने। ऐसी बेनती करन दी जाच गुरु तेग बहादुर साहब सानू सिखाउंदे ने। भुल चुक दी खिमा जी। गुरु की बाणी दी विचार सबना दे हिरदे विच वसे। वाहिगुरू जी का खालसा, वाहिगुरू जी की फतेह।